पहले सब टोल बंद करवा दिए गए थे, पर कल सुबह से क्या हुआ, 9 बजे से यहाँ से सरकार ने टोल चालू कर दिया। टिकरी बॉर्डर का सबसे नजदीक का टोल है और सरकार ने शायद ट्राई किया है कि पहले पास वालों को ट्राई कर लेते हैं, अगर ये टोल खुल गया फिर तो आगे सारे खुल जाएंगे। सरकार जो भी ट्राई करना चाहती है करती रहे, टकराव की स्थिति अगर सरकार को पैदा करनी है तो वो करे, हम अपनी तरफ से हाथ नहीं उठाएंगे। जिथे जिथे बीजेपी दी सरकार उन्होंने कहा अपने पिंडा च जाओ, शहर च जाओ, वो साडा प्रचार करो, कानून बहुत वधिया है। जे असीं मोदी नूं मारन वास्ते आए जां असीं दिल्ली नूं लुੱਟਣ वास्ते आए, साडा वो काम नहीं, साडा काम है साडे हक लेना। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਰਮਨ ਧੂਰ। ਜਿੱਥੇ ਪੰਜਾਬ ਔਰ ਹਰਿਆਣਾ ਦੇ ਵਿੱਚ ਵੱਧ ਚੜ ਕੇ ਕਿਸਾਨਾਂ ਦੇ ਵੱਲੋਂ ਬੀਜੇਪੀ ਦੇ ਵਿਧਾਇਕਾਂ ਦਾ ਵਿਰੋਧ ਹੋ ਰਿਹਾ, ਉੱਥੇ ਲਗਾਤਾਰ ਜਦੋਂ ਤੋਂ ਕਿਸਾਨ ਮੋਰਚਾ ਸ਼ੁਰੂ ਹੋਇਆ ਟੋਲ ਪਲਾਜ਼ੇ ਜਿਹੜੇ ਆ ਬੰਦ ਕਰਕੇ ਵੀ ਰੋਸ ਜਿਹੜਾ ਵਿਅਕਤ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਹਾਲਾਤ ਅਜੇ ਇਦਾਂ ਦੇ ਹੈਗੇ ਆ ਕਿ ਟੋਲ ਪਲਾਜ਼ੇ ਜਿਹੜੇ ਆ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਕੱਲ ਜਿੱਥੇ ਕੁੰਡਲੀ ਬਾਰਡਰ ਦੇ ਬਿਲਕੁਲ ਨੇੜੇ ਮਨੋਹਰ ਲਾਲ ਖੱਟਰ ਸਾਹਿਬ ਨੇ ਐਲਾਨ ਕੀਤਾ ਸੀ ਵੀ ਮੈਂ ਅੱਜ ਅੰਬੇਦਕਰ ਜਯੰਤੀ ਦੇ ਉੱਤੇ ਆ ਕੇ ਅੰਬੇਦਕਰ ਸਾਹਿਬ ਦੇ ਬੁੱਤ ਦਾ ਜਿਹੜਾ ਉਦਘਾਟਨ ਕਰੂੰਗਾ, ਉੱਥੇ ਨਾਲ ਦੀ ਨਾਲ ਇੱਥੇ ਕੁਝ ਹੌਸਲਾ ਦਿਖਾਇਆ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਤੇ ਲਗਾਤਾਰ ਜਿਹੜੇ ਟੋਲ ਪਲਾਜ਼ੇ ਖੋਲਣ ਦੀ ਕੋਸ਼ਿਸ਼ ਜਾਰੀ ਹੈ। ਜੇ ਕੁੰਡਲੀ ਬਾਰਡਰ ਤੋਂ ਅਸੀਂ ਟਿਕਰੀ ਬਾਰਡਰ ਵੱਲ ਨੂੰ ਜਾਂਦੇ ਆ ਤੇ ਅਸੋਦਾ ਹਾਈਵੇ ਹੈਗਾ ਜਿਹਦੇ ਉੱਤੇ ਦੋ ਜਿਹੜੇ ਟੋਲ ਪਲਾਜ਼ੇ ਆਉਂਦੇ ਆ। ਸੋ ਅੱਜ ਸਵੇਰ ਤੋਂ ਹੋਇਆ ਇਹ ਹੈ ਕਿ ਉਹ ਟੋਲ ਪਲਾਜ਼ੇ ਖੋਲ ਦਿੱਤੇ ਗਏ ਆ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ। ਸੋ ਅੱਜ ਜਦੋਂ ਸਵੇਰ ਦਾ ਪਤਾ ਲੱਗਿਆ ਕਿ ਪਰਚੀਆਂ ਕੱਟੀਆਂ ਜਾ ਰਹੀਆਂ ਔਰ ਇਸ ਅਗਲੇ ਜਿਹੜੇ ਟੋਲ ਪਲਾਜ਼ੇ ਦੇ ਉੱਤੇ ਆ ਕੇ ਕੈਸ਼ ਹੁੰਦਾ ਹੈ, ਤਾਂ ਕਿਸਾਨਾਂ ਨੂੰ ਪਤਾ ਲੱਗਦੇ ਸਾਰੇ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਮੌਜੂਦ ਨੇ ਜਿਹੜੇ ਕਿ 12 ਵਜੇ ਆ ਕੇ ਇਹਨਾਂ ਨੇ ਦੁਬਾਰਾ ਤੋਂ ਜਿਹੜਾ ਟੋਲ ਪਲਾਜ਼ਾ ਬੰਦ ਕਰ ਦਿੱਤਾ। ਕਿਉਂ ਖੋਲੇ ਗਏ, ਕਿਉਂ ਜਿਹੜੇ ਸਰਕਾਰ ਦੇ ਹੌਸਲੇ ਬੁਲੰਦ ਹੋ ਰਹੇ ਆ, ਜਿੱਥੇ ਪੰਜਾਬ ਜਾਂ ਹਰਿਆਣਾ ਨੂੰ ਤਰ੍ਹਾਂ ਦੇ ਜਿਹੜੇ ਤਾਨਾਸ਼ਾਹੀ ਫਰਮਾਨ ਜਾ ਰਹੇ ਆ, ਉੱਥੇ ਇਹ ਜਿਹੜੀ ਇੱਕ ਸ਼ੁਰੂਆਤ ਕਰਨ ਦੀ ਜਿਹੜੀ ਦੁਬਾਰਾ ਕੋਸ਼ਿਸ਼ ਕੀਤੀ ਜਾ ਰਹੀ ਆ, ਉਹਦੇ ਮੇਨ ਕਾਰਨ ਕੀ ਹੋ ਸਕਦੇ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ। ਮੇਰੇ ਨਾਲ ਚੜੂਨੀ ਸਾਡੀ ਜਿਹੜੀ ਇੱਕ ਸੰਸਥਾ ਹੈਗੀ ਉਹਨਾਂ ਦੇ ਵਿੱਚੋਂ ਮੈਡਮ ਹੈਗੀ ਆ ਜਿਹੜੇ ਇਸਤਰੀ ਵਿੰਗ ਦੇ ਪ੍ਰਧਾਨ, ਉਹਨਾਂ ਤੋਂ ਜਾਣਦੇ ਆ। ਸਤਿ ਸ਼੍ਰੀ ਅਕਾਲ ਮੈਮ, ਤੁਹਾਡਾ ਸ਼ੁਭ ਨਾਮ ਤੇ ਇੱਥੇ ਕੀ ਹਾਲਾਤ ਬਣ ਗਏ? ਇੰਨੇ ਦਿਨਾਂ ਤੋਂ ਲਗਾਤਾਰ ਟੋਲ ਪਲਾਜ਼ੇ ਬੰਦ ਆ ਤੇ ਹੁਣ ਅਚਾਨਕ ਅੱਜ ਕਿਉਂ खोल ਦਿੱਤੇ ਗਏ? नमस्कार जी, मैं सुमन हुड्डा। यहाँ पे देखिए पहले सब टोल बंद करवा दिए गए थे, पर कल सुबह से क्या हुआ, 9 बजे से यहाँ से सरकार ने टोल चालू कर दिया। टिकरी बॉर्डर का सबसे नजदीक का टोल है और सरकार ने शायद ट्राई किया है कि पहले पास वालों को ट्राई कर लेते हैं, अगर ये टोल खुल गया फिर तो आगे सारे खुल जाएंगे। तो जब ये फैसला किया गया है नेताओं की तरफ से कि जब तक हमारा किसानों का फैसला नहीं होता तब तक ये टोल फ्री रहेंगे, तो फिर ऐसी हरकतें बार बार क्यों की जा रही हैं? तो इसी टोल को बंद करवाने के लिए हम सुबह से पहुंचे हैं और हमारे आते ही ये टोल बंद हो गया था। हमारे सारे बड़े बुजुर्ग युवा साथी सारे शामिल हैं इस धरने में और शांतिपूर्ण तरीके से यहाँ पे प्रदर्शन कर रहे हैं। ਬਹੁਤ ਦਿਨਾਂ ਤੋਂ ਬੰਦ ਹੈ ਤੇ ਇੱਥੇ ਦੇਖਣ ਨੂੰ ਮਿਲਦਾ ਸੀ ਫੋਰਸ ਜਾਂ ਜਿਹੜੇ ਪ੍ਰਸ਼ਾਸਨ ਦੇ ਲੋਕ ਨਹੀਂ ਸੀ, ਪਰ ਅੱਜ ਉਹ ਵੀ ਆ ਕਿ ਇਹ ਸਰਕਾਰ ਦੇਖਣਾ ਚਾਹੁੰਦੀ ਸੀ ਕਿ ਟਕਰਾਅ ਦੀ ਕੋਈ ਸਥਿਤੀ ਬਣਦੀ ਹੈ ਜਾਂ ਨਹੀਂ, ਜਾਂ ਦੂਜਾ ਕਾਰਨ ਕਿਤੇ ਇਹ ਤਾਂ ਨਹੀਂ ਜਾਂਦਾ ਕਿ ਅੱਜ ਜਿਹੜਾ ਬਡੌਲੀ ਦੇ ਵਿੱਚ ਖੱਟਰ ਸਾਹਿਬ ਨੇ ਆਉਣਾ ਸੀ ਤੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਇੱਧਰ ਉਲਝਾਉਣ ਦੇ ਲਈ ਇਹ ਇੱਕ ਚਲਾਕੀ ਖੇਡੀ ਗਈ ਹੋਵੇ? दोनों ही बातें हो सकती हैं, पर वहां पहुंचने के लिए भी और यहाँ पहुंचने के लिए भी हमारे पास तादाद बहुत बड़ी है, तो हम तादाद को डाइवर्ट कर सकते हैं, हम दोनों मोर्चे संभाल सकते हैं। बाकी ये है सरकार जो भी ट्राई करना चाहती है करती रहे, टकराव की स्थिति अगर सरकार को पैदा करनी है तो वो करे, हम अपनी तरफ से हाथ नहीं उठाएंगे। हमारे ऊपर वार होता है तो भी हम शांतिपूर्ण तरीके से सहेंगे और हम कोई विरोध नहीं करेंगे। हम अपने हकों के लिए शांतिपूर्ण तरीके से खड़े हैं और हमारे सुबह से लेके अब शाम होने को आई है, आप देखेंगे कि किसी में भी कोई गुस्सा जोश या किसी तरह की अलग भावना नहीं है, सब शांतिपूर्ण तरीके से बैठे हैं और इस टोल को बंद करवाया गया है। ਜੀ ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹੁੰਦੀ ਹਾਂ, ਹੁਣ ਜਿਸ ਤਰੀਕੇ ਦੀਆਂ ਕੋਸ਼ਿਸ਼ਾਂ ਜਿਹੜੀਆਂ ਸਰਕਾਰ ਨੇ ਲਗਾਤਾਰ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਾਂ ਉਹਨਾਂ ਨੂੰ ਇਹ ਲੱਗਦਾ ਵੀ ਇਹ ਸ਼ਾਂਤੀਪੂਰਵਕ ਬੈਠੇ, ਜਿਵੇਂ ਪਹਿਲਾਂ ਵੀ ਹਾਈਪਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਉਹ ਇੱਕ ਕੋਸ਼ਿਸ਼ ਹੋ ਸਕਦੀ ਹੈ। ਪਰ ਹੁਣ ਕਿਉਂਕਿ ਇੱਥੇ ਕੋਈ ਵੀ ਆਦਮੀ ਜਿਹੜਾ ਕਿਸਾਨ ਮੋਰਚੇ ਵੱਲੋਂ ਤਾਇਨਾਤ ਨਹੀਂ ਸੀ ਹੁੰਦਾ, ਫਿਰ ਵੀ ਇਹ ਟੋਲ ਪਲਾਜ਼ੇ ਬੰਦ ਸੀ। ਅੱਜ ਦੀ ਕੋਸ਼ਿਸ਼ ਤੋਂ ਬਾਅਦ ਅਗਲੀ ਰਣਨੀਤੀ ਕੀ ਹੋਊਗੀ ਕਿ ਇਹ ਦੁਬਾਰਾ ਨਾ ਹੋਵੇ? ਦੇਖੋ, ਸਰਕਾਰ ਦੀ ਜਿਹੜੀ ਨੀਅਤ ਹੈ ਉਹ ਹੈ ਕਿਸਾਨਾਂ ਦਾ ਪ੍ਰੈਸ਼ਰ ਦੇ ਨਾਲ ਉਹਦੀ ਨੀਅਤ ਦੀ ਖਰਾਬੀ। 4.5 ਮਹੀਨਿਆਂ ਤੋਂ ਐਡਾ ਸ਼ਾਂਤਮਈ ਅੰਦੋਲਨ ਦੁਨੀਆ ਦਾ ਪਹਿਲਾ ਅੰਦੋਲਨ ਹੈ ਔਰ ਇਸ ਅੰਦੋਲਨ ਦੇ ਕਾਰਨ ਸਰਕਾਰ ਇੰਨੇ ਪ੍ਰੈਸ਼ਰ ਦੇ ਵਿੱਚ ਹੈ ਵੀ ਇਸ ਨੂੰ ਕਿਵੇਂ ਨਾ ਕਿਵੇਂ ਤੋੜਿਆ ਜਾ ਸਕੇ। ਔਰ ਉਹ ਬੜੇ ਉਸਨੇ ਹੱਥ ਕੰਡੇ ਅਪਣਾਏ, ਜਿੱਥੇ ਬੀਜੇਪੀ ਦੀਆਂ ਸਰਕਾਰਾਂ ਉਹਨਾਂ ਨੂੰ ਕਿਹਾ ਆਪਣੇ ਪਿੰਡਾਂ 'ਚ ਜਾਓ, ਸ਼ਹਿਰਾਂ 'ਚ ਜਾਓ, ਉਹ ਸਾਡਾ ਪ੍ਰਚਾਰ ਕਰੋ, ਕਾਨੂੰਨ ਬਹੁਤ ਵਧੀਆ ਹੈ। ਪਰ ਅਸੀਂ ਕਹਿੰਦੇ ਹਾਂ ਕਾਨੂੰਨ ਕਾਲੇ ਹੈ, ਕਾਲੇ ਮਨ ਨਾਲ ਬਣਾਏ ਹੈ, ਕਾਲੇ ਦਿਲ ਨਾਲ ਬਣਾਏ ਔਰ ਕਾਲੇ ਬੰਦਿਆਂ ਨੇ ਬਣਾਇਆ ਕਾਨੂੰਨ, ਕਾਲੇ ਨੂੰ ਵਾਪਸ ਲੈਣੇ ਪੈਣਗੇ। ਉਹ ਕਹਿੰਦੇ ਉਹਨਾਂ ਨੂੰ ਪੜ੍ਹੋ। ਅਸੀਂ ਜਿਹੜੀ ਚੀਜ਼
ਵਰਤਣੀ ਨਹੀਂ, ਅਸੀਂ ਜਿਹੜੀ ਚੀਜ਼ ਲਿਜਾਣੀ ਨਹੀਂ, ਅਸੀਂ ਉਹਨੂੰ ਕਿਉਂ ਪਰਖ ਕਰੀਏ? ਕੀ ਦੇ ਅਸੀਂ ਉਸ ਪਾਊਚ ਦੇ ਉੱਤੇ ਅਸੀਂ ਕਾਹਦੇ ਵਾਸਤੇ ਸੰਨ ਪੜੀਏ ਜਿਹੜੇ ਪਾਊਚ ਨੂੰ ਅਸੀਂ ਖਾਣਾ ਹੀ ਨਹੀਂ? ਸਾਨੂੰ ਕੋਈ ਜ਼ਰੂਰਤ ਨਹੀਂ। ਆਪਣੇ ਕਾਨੂੰਨ ਨੂੰ ਵਾਪਸ ਲੈਣ, ਸਾਡਾ ਪ੍ਰੈਸ਼ਰ ਇਹ ਹੈ। ਫਸਲ ਗਰੰਟੀ, ਖਰੀਦ ਗਰੰਟੀ ਕਾਨੂੰਨ ਬਣਾਉਣ, ਸਾਡਾ ਪ੍ਰੈਸ਼ਰ ਇਹ ਹੈ। ਉਸ ਪ੍ਰੈਸ਼ਰ ਦੇ ਵਿੱਚ, ਉਸ ਪ੍ਰੈਸ਼ਰ ਨੂੰ ਤੋੜਨ ਵਾਸਤੇ ਸਰਕਾਰ ਕੁਝੀਆਂ ਚਾਲਾਂ ਚੱਲ ਰਹੀ ਹੈ। ਸਾਡੇ ਨਾਲ ਬਿਲਕੁਲ ਸਰਕਾਰ ਨੇ ਵਾਅਦਾ ਕਰ ਲਿਆ ਸੀ ਵੀ ਇੱਕ ਵਾਰੀ ਤੁਸੀਂ ਇਹ ਜਿਹੜੇ ਧਰਨੇ ਆ ਕਿ ਟੋਲ ਪਲਾਜ਼ਿਆਂ ਦੇ ਉੱਤੇ ਇੰਨਾ ਜ਼ਿਆਦਾ ਜ਼ਬਰਦਸਤ ਇਕੱਠ ਨਾ ਕਰੋ, ਅਸੀਂ ਇਹਨਾਂ ਨੂੰ ਜਿੰਨਾ ਚਿਰ ਅੰਦੋਲਨ ਚੱਲਦਾ ਜਾਰੀ ਨਹੀਂ ਖੋਲਾਂਗੇ, ਨਹੀਂ ਪਰਚੀ ਕਟਾਂਗੇ। ਹੁਣ ਫੇਰ ਸਰਕਾਰ ਦੀ ਨੀਅਤ 'ਚ ਫਰਕ ਆ ਗਿਆ। ਉਹਨਾਂ ਨੂੰ ਇਹ ਵੀ ਕਿਤੇ ਅਸੀਂ ਟੋਲ ਪਲਾਜ਼ੇ ਖੋਲੀਏ, ਭੜਕਾਈਏ। ਪਿੰਡਾਂ ਦੇ ਵਿੱਚ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼ਾਂਤਮਈ ਅੰਦੋਲਨ ਜਿੱਥੇ ਹੋ ਰਹੇ ਆ, ਨਹੀਂ ਉਤਰਨ ਦਿੱਤਾ ਹੈਲੀਕਾਪਟਰ। CM ਦਾ ਵੀ ਨਹੀਂ ਉਤਰਨ ਦਿੱਤਾ, ਉਪ ਮੁੱਖ ਮੰਤਰੀ ਦਾ ਵੀ ਨਹੀਂ ਉਤਰਨ ਦਿੱਤਾ, ਨਹੀਂ ਉਤਰਨ ਦਿੰਦੇ। ਹਵਾ 'ਚ ਉੱਡ ਕੇ ਕਰਦੇ ਰਹਿਣ ਲੋਕਾਂ ਨਾਲ ਗੱਲਾਂ। ਜਿੰਨਾ ਚਿਰ ਅੰਦੋਲਨ ਚੱਲਦਾ ਹੈ, ਸਾਡੀਆਂ ਕੋਸ਼ਿਸ਼ਾਂ ਵੀ ਉਹ ਬਰੋਬਰ ਚੱਲਣਗੀਆਂ ਔਰ ਲੜਾਈ ਚੱਲੂਗੀ। ਇੱਕ ਜੰਗ ਹੈ, ਇੱਕ ਜੰਗ ਲੜ ਰਹੇ ਹਾਂ। ਔਰ ਜਿਹੜੀ ਸਾਡੇ ਨਾਲ ਸਰਕਾਰ ਵਿਹਾਰ ਕਰ ਰਹੀ ਹੈ, ਸਰਕਾਰ ਉਸ ਤੋਂ ਗੁਰੇਜ਼ ਕਰੇ। ਅਸੀਂ ਭਾਰਤ ਦੇ ਨਾਗਰਿਕ ਹਾਂ, ਅਸੀਂ ਸਰਕਾਰ ਨਾਲ ਨਹੀਂ, ਆਪਣੇ ਹੱਕਾਂ ਵਾਸਤੇ ਲੜਨ ਵਾਸਤੇ ਆਏ ਹਾਂ। ਅਸੀਂ ਸਾਡੇ ਹੱਕ ਪ੍ਰਾਪਤ ਕਰਨੇ ਆ। ਅਸੀਂ ਇਹ ਨਹੀਂ ਕਰਨਾ ਵੀ ਅਸੀਂ ਮੋਦੀ ਨੂੰ ਮਾਰਨ ਵਾਸਤੇ ਆਏ ਹਾਂ ਜਾਂ ਅਸੀਂ ਦਿੱਲੀ ਨੂੰ ਲੁੱਟਣ ਵਾਸਤੇ ਆਏ। ਸਾਡਾ ਉਹ ਕੰਮ ਨਹੀਂ। ਸਾਡਾ ਕੰਮ ਹੈ ਸਾਡੇ ਹੱਕ ਲੈਣੇ। ਹੱਕ ਸਾਡੇ ਇਹ ਹੈ ਵੀ ਤਿੰਨੇ ਕਾਲੇ ਕਾਨੂੰਨ ਵਾਪਸ ਲਓ ਔਰ ਜਿਹੜੇ ਖੇਤੀ ਫਸਲ ਖਰੀਦ ਗਰੰਟੀ ਕਾਨੂੰਨ ਬਣਾਓ। ਅਗਰ ਜੋ ਨਹੀਂ ਬਣਾਉਂਦੇ, ਅਸੀਂ ਸ਼ਾਂਤਮਈ ਦਿੱਲੀ ਦੇ ਬਾਹਰ ਬੈਠੇ ਹਾਂ ਔਰ ਬਾਹਰ ਬੈਠਿਆਂ ਨੂੰ ਜੇ ਸਾਨੂੰ ਪਾਣੀ, ਫਰੈਸ਼ਨੈਸ ਜਾਂ ਸਾਡੇ ਵਾਸਤੇ ਬਿਜਲੀ ਦੇ ਕੱਟ ਲਾਉਣ, ਇਸ ਗਰਮੀ ਦੇ ਵਿੱਚ ਸ਼ਰਮ ਆਉਣੀ ਚਾਹੀਦੀ ਹੈ ਐਸੀ ਸਰਕਾਰ ਨੂੰ ਵੀ ਆਪਣੇ ਇਨਸਾਨਾਂ ਦੀ, ਆਪਣੀ ਜਨਤਾ ਦੇ ਨਾਲ ਇਹੋ ਜਿਹਾ ਵਿਹਾਰ। ਸਾਡੇ ਬੱਚੇ ਸਰਹੱਦਾਂ ਤੇ ਬੈਠੇ ਆ, ਉਹ ਵੀ ਸਾਡੇ ਬੱਚੇ ਆ ਜਿਹੜੇ ਸਰਹੱਦ ਦੀ ਰਾਖੀ ਕਰਦੇ ਆ। ਆਹ ਵੀ ਸਾਡੇ ਬੱਚੇ ਬੈਠੇ ਆ ਜਿਹੜੇ ਸਾਡੇ ਉੱਤੇ ਪੁਲਿਸ ਨੇ, ਪ੍ਰਸ਼ਾਸਨ ਨੂੰ ਲਿਆ ਕੇ ਬਿਠਾਇਆ, ਗੋਲੀਆਂ ਦੇ ਬੰਦੂਕਾਂ ਦੇ ਕੇ ਸਾਨੂੰ ਮਾਰਨ ਵਾਸਤੇ ਬਿਠਾਇਆ। ਪ੍ਰਸ਼ਾਸਨ ਕੋਈ ਸ਼ਰਮ ਕਰੇ। ਨਜਾਇਜ਼ ਨਹੀਂ ਔਰ ਜਾਇਜ਼ ਮੰਗ ਰਹੇ हैं। ਅਸੀਂ वो ਸਾਡੀ ਮੰਗ ਨੂੰ ਮਨਜ਼ੂਰ ਕਰ ले, ਅਸੀਂ ਆਪੋ ਆਪਦੇ ਘਰਾਂ ਨੂੰ ਜਾਈਏ। बिल्कुल जी। दी, मैं आप ही से जानना चाहती हूँ कि अब जब ये कोशिशें शुरू हो गई हैं फिर से, क्योंकि पहले एकदम शांत बैठे थे लोग, तो शांत बैठे, ये तो अपना सब्र लेके आए हैं, तो अब जब ये कोशिश दोबारा शुरू हो गई है फिर से कहीं कहीं ध्यान भड़काने के लिए, अब फ्यूचर में ये दोबारा हो ना, क्योंकि किसान नहीं चाहते तब तक टोल नहीं खोले और सरकार ने भी यही सोचा था कि हम खोलेंगे नहीं, आपके साथ हैं, तो अब अगली रणनीति होगी क्या? अगली रणनीति देखिए, हमारे जो 40 नेता हैं उनके पास ये बात जा चुकी है आज। अब वहां पे मीटिंग होगी और इसके बारे में डिसाइड किया जाएगा कि आगे अगर टोल खोलते हैं तो हमारा अगला कदम क्या होगा। तो जैसे जैसे हमारे नेता हमें गाइड करते जाएंगे उस हिसाब से हम चलते जाएंगे और आपको शेयर करेंगे वो बातें जो वहां से आई है। फिलहाल रणनीति बन रही है, अभी क्लियर नहीं है। ਹੁਣ ਪਰ ਇਹ ਤਾਂ ਗੱਲ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਹੋਣੀ ਆ ਕਿ ਜਿਹੜੇ ਟੋਲ ਪਲਾਜ਼ੇ ਖਾਲੀ ਪਏ ਆ, ਜਿਹਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਲੋਕ ਮੌਜੂਦ ਨਹੀਂ ਆ, ਉੱਥੇ ਇਦਾਂ ਦੀਆਂ ਹਰਕਤਾਂ ਹੋ ਸਕਦੀਆਂ। ਜੇ ਇੱਥੇ ਲੋਕ ਮੌਜੂਦ ਹੁੰਦੇ ਸ਼ਾਇਦ ਕੁਝ ਪਹਿਲਾਂ ਹੀ ਅੜਚਨ ਪੈ ਜਾਂਦੀ। हाँ बिल्कुल, ये बात आपने बिल्कुल जायज कही है। ये चीज महसूस हुई है और इस कमी को पूरा करने के लिए जहां जहां हमें लग रहा है कि यहाँ पे जरूरत है, वहां पे हम आज से या कल से अपने टेंट लगा देंगे और हमारे 10 बंदे 20 बंदे वहां पे परमानेंट रहेंगे और उस टोल को बंद रखा जाएगा। तो सरकार अपनी तरफ से कोशिशें करती रहेगी, हम अपनी हिम्मत को लेके और हौसले और जुनून को लेके हर मोर्चे पे डटे रहेंगे। शुक्रिया बात करने के लिए। ਸੋ ਦੇਖ ਸਕਦੇ ਆ ਕਿ ਜਿਸ ਤਰੀਕੇ ਦੇ ਨਾਲ ਬੈਠੇ ਹੋਏ, ਸ਼ਾਂਤਮਈ ਬੈਠੇ ਹੋਏ ਲੋਕ ਤੇ ਬਿਲਕੁਲ ਬਾਰਡਰ ਦੇ ਨੇੜੇ, ਪਹਿਲਾਂ ਖੱਟਰ ਸਾਹਿਬ ਨੇ ਕਿਹਾ ਸੀ ਵੀ ਮੈਂ ਜਹਾਜ਼ ਉਤਾਰਨਾ ਤੇ ਆ ਕੇ ਉਦਘਾਟਨ ਕਰਨਾ ਜੀ ਅੰਬੇਦਕਰ ਸਾਹਿਬ ਦੇ ਬੁੱਤ ਦਾ, ਤੇ ਹੁਣ ਬਿਲਕੁਲ ਨੇੜੇ ਹੀ ਜਦੋਂ ਅਸੀਂ ਟਿਕਰੀ ਬਾਰਡਰ ਨੂੰ ਜਾਂਦੇ ਆ ਤੇ ਦੋਨੋਂ ਟੋਲ ਪਲਾਜ਼ੇ ਖੋਲ ਦਿੱਤੇ ਗਏ, ਪਰਚੀਆਂ ਕੱਟ ਦਿੱਤੀਆਂ ਗਈਆਂ। ਅਸੀਂ ਜਦੋਂ ਪਿੱਛੇ ਤੋਂ ਗੁਜ਼ਰ ਕੇ ਆਏ ਆ, ਪਰਚੀ ਸਾਨੂੰ ਵੀ ਦਿੱਤੀ ਗਈ ਤੇ ਇੱਥੇ ਆ ਕੇ ਜਿਹੜਾ ਕੈਸ਼ ਲਿਆ ਜਾਣਾ ਸੀ, ਪਰ ਇੱਥੇ ਕਿਸਾਨਾਂ ਤੱਕ ਗੱਲ ਪਹੁੰਚਦਿਆਂ ਸਾਰੀ ਕਿਸਾਨ ਜਿਹੜੇ ਵੱਡੀ ਤਾਦਾਦ ਦੇ ਵਿੱਚ ਆ ਚੁੱਕੇ ਹੋਏ ਆ ਤੇ ਹੋਰ ਕਿਸਾਨ ਵੀ ਇੱਥੇ ਪਹੁੰਚ ਰਹੇ ਨੇ। ਸੋ ਕਿਸਾਨਾਂ ਦਾ ਵਿਰੋਧ ਜਾਰੀ ਆ ਤੇ ਸਰਕਾਰ ਆਪਣੀਆਂ ਰਣਨੀਤੀਆਂ ਦੇ ਉੱਤੇ ਕਾਇਮ ਆ, ਜਿਸ ਤਰੀਕੇ ਨਾਲ ਖਦੇੜਨ ਦੀ, ਇਹਨਾਂ ਨੂੰ ਬਖੇਰਨ ਦੀ ਕੋਸ਼ਿਸ਼ ਜਿਹੜੀ ਹੈ ਲਗਾਤਾਰ ਕਰ ਰਹੀ ਆ। ਸੋ ਦੇਖਣਾ ਹੋਊਗਾ ਕਿ ਹੁਣ ਜਿਹੜੀ ਨਵੀਂ ਰਣਨੀਤੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀ ਘੜੀ ਜਾਂਦੀ ਹੈ, ਕਿ ਜਿਹੜਾ ਬਾਰ-ਬਾਰ ਇਦਾਂ ਦੀਆਂ ਚਿੰਨ੍ਹਾਂ ਜਿਹੜੀਆਂ ਸਰਕਾਰ ਦੇ ਵੱਲੋਂ ਛੇੜੀਆਂ ਜਾਂਦੀਆਂ ਕਿ ਸ਼ਾਂਤਮਈ ਬੈਠੇ ਲੋਕ ਆ, ਜੇ ਟੋਲ ਪਲਾਜ਼ੇ ਬੰਦ ਆ ਤੇ ਇੱਕ ਦੋ ਟੋਲ ਪਲਾਜ਼ਿਆਂ ਨੂੰ ਖੋਲ ਕੇ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੋਊਗਾ ਕੀ ਤੇ ਕੀ ਨਹੀਂ ਹੋਊਗਾ। ਸੋ ਇਸ ਤਰ੍ਹਾਂ ਦੀ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਔਨ 에ਅਰ ਦੇ ਨਾਲ। ਮੈਂ ਰਮਨ ਤੁਰ, ਕੈਮਰਾਮੈਨ ਯਾਦਵਿੰਦਰ ਸਿੰਘ ਦੇ ਨਾਲ।